ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਹਾਨੂੰ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀਆਂ ਸਾਖੀਆਂ ਬਾਰੇ ਜਾਣੂ ਕਰਵਾ ਰਹੇ ਹਾਂ, ਜੋ ਕਿ ਉਹਨਾਂ ਦੀ ਬੁੱਕ ਆਨੰਦ ਸਰੋਵਰ ਜੀਵਨ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਭਾਗ ਦੂਜਾ ਵਿੱਚ ਦਰਜ ਹਨ। ਅੱਜ ਉਹਨਾਂ ਦੀ ਅਗਲੀ ਸਾਖੀ ਸੁਖਮਨੀ ਸਾਹਿਬ ਦਾ ਪਾਠ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ। ਸੁਖਮਨੀ ਸਾਹਿਬ ਦਾ ਪਾਠ। ਇਸ ਪਾਠ ਤੇ ਬਾਬਾ ਜੀ ਮਹਾਰਾਜ ਬਹੁਤ ਜ਼ੋਰ ਦਿਆ ਕਰਦੇ ਤੇ ਫਰਮਾਉਂਦੇ ਸਨ, ਇਹ ਸੁੱਖਾਂ ਦੀ ਮਣੀ ਹੈ। ਇਸ ਦੇ ਪਾਠ ਨਾਲ ਦੁੱਖਾਂ ਦਾ ਨਾਸ ਹੁੰਦਾ ਹੈ। ਇਸੇ ਕਰਕੇ ਇਸ ਬਾਣੀ ਦਾ ਪਾਠ 1918 ਤੋਂ ਕਲੇਰਾਂ ਦੇ ਠਾਠ ਵਿੱਚ ਆਰੰਭ ਹੋ ਗਿਆ ਸੀ। ਜਦ ਪਾਠੀ ਨਹੀਂ ਮਿਲਦੇ ਸਨ ਤਾਂ ਰਾਤ ਨੂੰ ਭੋਗ ਪਾ ਦਿੱਤਾ ਜਾਂਦਾ ਸੀ, ਪਰ ਸੰਨ 1930 ਤੋਂ ਤਾਂ ਇਹ ਪਾਠ ਦਿਨ ਰਾਤ ਜਾਰੀ ਹੈ। ਭਾਈ ਕਿਰਪਾਲ ਸਿੰਘ ਜੀ ਕਈ ਵਰੇ ਇਸ ਪਾਠ ਦੇ ਇੰਚਾਰਜ ਰਹੇ ਤੇ ਉਹਨਾਂ ਦਾ ਨਾਮ ਹੀ ਸੁਖਮਨੀਆਂ ਪੈ ਗਿਆ। ਅੱਜ ਕੱਲ੍ਹ ਜਦ ਤੋਂ ਇੱਕ ਦੋ ਸੰਪਟ ਪਾਠ ਚੱਲਦੇ ਰਹਿੰਦੇ ਹਨ, ਉਹ ਪਾਠ ਰਹਿਰਾਸ ਸਮੇਂ ਤੱਕ ਰਹਿੰਦਾ ਹੈ। ਜਿੱਥੇ ਵੀ ਬਾਬਾ ਜੀ ਜਾਇਆ ਕਰਦੇ, ਇਸ ਬਾਣੀ ਦਾ ਪਾਠ ਕਰਾਣਾ ਤੇ ਸੁਣਨਾ ਆਰੰਭ ਕਰ ਦਿੰਦੇ। ਬਾਬਾ ਜੀ ਦੇ ਕਥਨ ਅਨੁਸਾਰ ਸੁਖਮਨੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਆਤਮਾ ਹੈ ਤੇ ਇਸ ਦਾ ਪਾਠ ਕਲਯੁਗ ਦਾ ਦਾਰੂ ਹੈ। ਜਿਸ ਸਿੱਖ ਕੋਲ ਸੁਖਮਨੀ ਹੈ, ਉਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਅਰਜਨ ਦੇਵ ਜੀ ਉਸ ਦੇ ਕੋਲ ਹਨ। ਅੰਦਾਜ਼ਾ ਲਾਇਆ ਗਿਆ ਹੈ ਕਿ ਮਨੁੱਖ ਦੇ ਦਿਨ ਰਾਤ ਵਿੱਚ ਲਗਭਗ 24,000 ਸਵਾਸ ਔਸਤਨ ਹੁੰਦੇ ਹਨ ਤੇ ਸੁਖਮਨੀ ਸਾਹਿਬ ਦੇ 24,000 ਅੱਖਰ ਦੱਸੀਦੇ ਹਨ। ਜੇ ਹਰ ਅਸ਼ਪਤੀ ਦੇ ਨਾਲ ਸੁਖਮਨੀ, ਸੁਖ ਅੰਮ੍ਰਿਤ ਪ੍ਰਭ ਨਾਮ ਤੇ ਸਤਨਾਮ ਸ੍ਰੀ ਵਾਹਿਗੁਰੂ ਦਾ ਸੰਪਟ ਦੇ ਤੌਰ ਤੇ ਉਚਾਰਨ ਕੀਤਾ ਜਾਏ, ਇਸ ਤਰ੍ਹਾਂ ਇੱਕ ਪਾਠ ਦੇ ਕਰਨ ਨਾਲ ਸਾਰੇ ਦਿਨ ਦਾ ਭਜਨ ਹੋ ਜਾਂਦਾ ਹੈ ਤੇ 8 ਪਹਿਰਾਂ ਦੇ ਸਵਾਸ ਸਫਲ ਹੋ ਜਾਂਦੇ ਹਨ। ਰਹਿਰਾਸ। ਰਹਿਰਾਸ ਤੇ ਕੀਰਤਨ ਸੋਹਿਲੇ ਦੇ ਪਾਠ ਸੰਬੰਧੀ ਵੀ ਕੁਝ ਫਰਕ ਹੈ। ਸ਼ਾਮ ਦੇ ਦੀਵਾਨ ਦੇ ਕੀਰਤਨ ਦੇ ਅੰਤ ਵਿੱਚ ਆਸਾ ਰਾਗ ਵਿੱਚ ਇੱਕ ਸ਼ਬਦ ਗਾਇਨ ਕਰਕੇ ਹਰ ਜੁਗ ਜੁਗ ਭਗਤ ਉਪਾਇਆ ਤੇ ਪਿੱਛੋਂ 3 ਸਲੋਕ ਤੇ ਫੇਰ ਰਾਗ ਆਸਾ ਮਹਿਲਾ ਪਹਿਲਾ ਦਾ ਸੋਦਰ ਤੇਰਾ ਕਿਹਾ ਸ਼ਬਦ ਗਾਵਿਆ ਜਾਂਦਾ ਹੈ, ਜਿਵੇਂ ਕਿ ਕਈ ਸਥਾਨਾਂ ਤੇ ਪੁਰਾਤਨ ਰਿਵਾਜ ਚੱਲਿਆ ਆਉਂਦਾ ਹੈ। ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਹੋਏ 8 ਸ਼ਬਦਾਂ, ਜੋ ਸ਼ਰਨ ਪਰੇ ਕੀ ਰਾਖੋ ਸਰਮਾ ਤੇ ਮੁੱਕਦੇ ਹਨ, ਦਾ ਪਾਠ ਹੁੰਦਾ ਹੈ। ਫਿਰ ਕਾਬਿਓ ਬਾਚ ਬੇਨਤੀ ਚੌਪਈ ਤੋਂ ਪਹਿਲਾਂ ਤੇ ਪਿੱਛੋਂ ਦੀ 10ਮ ਗ੍ਰੰਥ ਦੀ ਬਾਣੀ ਦਾ, ਜੋ ਪੁਰਾਤਨ 5 ਗ੍ਰੰਥੀਆਂ ਵਿੱਚ ਮਿਲਦੀ ਹੈ। ਫਿਰ ਛੋਟਾ ਆਨੰਦ ਸਾਹਿਬ, ਮੁਦਾਵਨੀ ਮਹਿਲਾ ਪੰਜਵਾਂ, ਸਲੋਕ ਮਹਿਲਾ ਪੰਜਵਾਂ, ਪੌੜੀ ਤੇ 2 ਸਲੋਕ ਮਹਿਲਾ ਪੰਜਵਾਂ ਦੇ, ਜੋ ਆਮ ਗੁਟਕਿਆਂ ਵਿੱਚ ਮਿਲਦੇ ਹਨ। ਇਹ ਰਹਿਰਾਸ ਸ੍ਰੀ ਹਜ਼ੂਰ ਸਾਹਿਬ ਤੇ ਦਮਦਮਾ ਸਾਹਿਬ ਦੀ ਪੁਰਾਤਨ ਮਰਿਆਦਾ ਅਨੁਸਾਰ ਦੱਸੀ ਜਾਂਦੀ ਹੈ। ਕੀਰਤਨ ਸੋਹਿਲੇ ਦੇ ਪਹਿਲੋਂ ਤੇ ਪਿੱਛੋਂ ਕੁਝ ਹੋਰ ਸ਼ਬਦ ਵੀ ਪੜ੍ਹੇ ਜਾਂਦੇ ਹਨ। 12 ਮਹਾ ਮਾਝ ਮਹਿਲਾ ਪੰਜਵਾਂ ਦਾ ਪਾਠ ਜਦ ਸੰਗਰਾਂਦ ਦੇ ਦਿਨ ਕਰਨਾ ਹੁੰਦਾ ਤਾਂ ਆਰੰਭ ਕਰਨ ਤੋਂ ਪਹਿਲਾਂ ਉਸ ਮਹੀਨੇ ਦਾ ਪਾਠ ਕਰਦੇ, ਜੋ ਉਸ ਰੋਜ਼ ਚੜ੍ਹਦਾ, ਤੇ ਇਸ ਪਿੱਛੋਂ ਸਾਰੇ 12 ਮਾਹ ਦਾ ਪਾਠ ਕਰਨਾ ਸਮੇਤ ਉਸ ਮਹੀਨੇ ਦੇ। ਇਸ ਦਾ ਭਾਵ ਇਹ ਸੀ ਕਿ ਸਭ ਤੋਂ ਪਹਿਲਾਂ ਉਸ ਮਹੀਨੇ ਸੰਬੰਧੀ ਗੁਰੂ ਸਾਹਿਬ ਦਾ ਉਪਦੇਸ਼ ਸਵਰਨ ਕੀਤਾ ਜਾਏ, ਜੋ ਕਿ ਵਾਜਬ ਹੈ। ਠਾਠ ਸੰਬੰਧੀ ਆਮ ਹਦਾਇਤਾਂ, ਜੋ ਬਾਬਾ ਜੀ ਨੇ ਭਾਈ ਸੰਤਾ ਸਿੰਘ ਜੀ ਰਾਗੀ ਤੋਂ 1922 ਵਿੱਚ ਲਿਖਵਾ ਕੇ ਇੱਕ ਨੋਟਸ ਬੋਰਡ ਦੀ ਸ਼ਕਲ ਵਿੱਚ ਯਾਤਰੂਆਂ ਦੀ ਅਗਵਾਈ ਲਈ ਬਾਹਰ ਲਵਾਈਆਂ ਹੋਈਆਂ ਸਨ, ਪੜ੍ਹਨਯੋਗ ਹਨ ਤੇ ਅਰਦਾਸ ਵਾਂਗ ਉਹਨਾਂ ਦੀ ਮਰਿਆਦਾ ਤੇ ਸਿੱਖਿਆ ਦੇ ਸਮੁੰਦਰ ਨੂੰ ਮਾਨੋ ਕੁੱਜੇ ਵਿੱਚ ਬੰਦ ਕਰ ਦਿੰਦੀਆਂ ਹਨ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਓ ਜੀ, ਜੀ ਆਇਆਂ ਨੂੰ। ਬੜੀ ਕਿਰਪਾ ਕੀਤੀ, ਜਿੰਨੇ ਕਦਮ ਰੱਖੇ ਸਾਡੇ ਸਿਰ ਮੱਥੇ ਤੇ ਰੱਖੇ। ਆਓ ਬੈਠੋ।
ਜੀ ਆਇਆਂ ਨੂੰ। ਬੇਨਤੀ ਹੈ ਕਿ ਇੱਥੇ ਬਾਬੇ ਦੇ ਹਜ਼ੂਰ ਸਤਸੰਗ ਵਿੱਚ ਬੋਲਣਾ ਨਹੀਂ, ਆਵਾਜ਼ ਨਹੀਂ ਮਾਰਨੀ, ਗੱਲਾਂ ਨਹੀਂ ਕਰਨੀਆਂ, ਬਾਣੀ ਪੜ੍ਹੋ ਜਾਂ ਸੁਣੋ। ਇੱਥੇ ਬਾਬੇ ਦੇ ਹਜ਼ੂਰ ਸਤਸੰਗ ਵਿੱਚ ਬਾਹਰਲੀ ਬਾਣੀ ਨਹੀਂ ਪੜ੍ਹਨੀ। ਬਾਹਰਲੀ ਤਰਜ, ਟਰੈਕਟਰ, ਅਖਬਾਰਾਂ, ਕੋਈ ਵਤਡਾਵਾਦ ਜਾਂ ਸ਼ਾਸਤਰ ਅਰਥ ਕੋਈ ਬਾਹਰਲੀ ਗੱਲ ਨਹੀਂ ਕਰਨੀ। ਬਾਣੀ ਪੜ੍ਹੋ, ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ। ਇੱਥੇ ਬਾਬੇ ਦੇ ਹਜ਼ੂਰ ਧਨ ਪੁੱਤਰ, ਇਸਤਰੀ, ਦੇਹ ਅਰੋਗਤਾ, ਝਗੜਾ ਆਦਿਕ ਹੋਰ ਕੋਈ ਦੁਨਿਆਵੀ ਗੱਲ ਨਹੀਂ ਕਰਨੀ। ਸੋ ਸਿੱਖ ਸਖਾ ਬੰਧਪ ਹੈ ਪਾਈ, ਜੀ ਗੁਰ ਕੇ ਭਾਣੇ ਵਿੱਚ ਆਵੇ। ਹੋਰ ਬੇਨਤੀ ਇਹ ਹੈ ਕਿ ਇੱਥੇ ਜੰਗਲ ਦਾ ਮਾਮਲਾ ਹੈ। ਇੱਥੇ ਲੰਗਰ ਦਾ ਕੋਈ ਪ੍ਰਬੰਧ ਨਹੀਂ ਹੈ। ਪਾਠੀਆਂ ਤੇ ਬਿਹੰਗਮਾਂ ਲਈ ਜਿਵੇਂ ਨਿਰੰਕਾਰ ਨੂੰ ਭਾਵਦਾ ਹੈ, ਅੰਨ ਪਾਣੀ ਆਉਂਦਾ ਹੈ। ਸੋ ਕਬਹੂ ਖੀਰ ਖਾਡ ਕਿਉ ਨਾ ਪਾਵੇ, ਕਬਹੂ ਘਰ ਘਰ ਟੂਕ ਮੰਗਾਵੇ, ਕਬਹੂ ਕੂਰਨ ਚਨੇ ਬਿਨਾਵੇ। ਜਿਉ ਰਾਮ ਰਾਖੇ ਤਿਉ ਰਹੀਏ ਰੇ ਭਾਈ। ਸੋ ਕਦੇ ਕਦੇ ਉਹਦੇ ਭਾਣੇ ਅੰਦਰ ਕੜਾਕਾ ਹੀ ਰਹਿੰਦਾ ਹੈ। ਇਸ ਲਈ ਪ੍ਰਾਰਥਨਾ ਪਹਿਲਾਂ ਹੀ ਕਰ ਦਿੱਤੀ ਗਈ ਹੈ, ਤਾਂ ਜੋ ਕੋਈ ਸੱਜਣ ਇਉ ਬੁਰਾ ਨਾ ਮਨਾਵੇ ਕਿ ਮੈਨੂੰ ਲੰਗਰ, ਬਿਸਤਰਾ ਜਾਂ ਰਹਿਣ ਦੀ ਥਾਂ ਨਹੀਂ ਮਿਲੀ। ਇਹਨਾਂ ਚੀਜ਼ਾਂ ਦੇ ਲੋੜਵੰਦ ਆਪਾਂ ਪ੍ਰਬੰਧ ਆਪ ਹਨ। ਤਾਂ ਇਹ ਭਜਨ ਦਾ ਥਾਂ ਹੈ ਤੇ ਬਿਰਕਤੀ ਠਾਠ। ਕੋਈ ਮਾਈ ਇੱਥੇ ਕੱਲੀ ਨਾ ਆਵੇ, ਤੇ ਜੇ ਕਿਸੇ ਨੇ ਦੂਰ ਨੇੜੇ ਰਾਤ ਰਹਿਣਾ ਹੋਵੇ ਤਾਂ ਮਰਦ ਦਾ ਨਾਲ ਹੋਣਾ ਜ਼ਰੂਰੀ ਹੈ। ਲੰਗਰ, ਪਾਣੀ, ਰਹਿਣ ਬਹਿਣ, ਪਹਿਰੇ ਆਦਿ ਦਾ ਪ੍ਰਬੰਧ ਆਪ ਕਰੇ। ਹੋਰ ਬੇਨਤੀ ਹੈ, ਕਿਸੇ ਤਰ੍ਹਾਂ ਤੀਰਥ ਯਾਤਰਾ, ਪਾਠ ਦਾ ਭੋਗ ਜਾਂ ਕਿਸੇ ਕਿਸਮ ਦੇ ਇਕੱਠ ਉੱਥੇ ਜਾਣ ਦਾ ਫੁਰਨਾ ਨਹੀਂ ਬਣਾਉਣਾ। ਨਾ ਕੋਈ ਕਿਸੇ ਤਰ੍ਹਾਂ ਦੀ ਦੁਨਿਆਵੀ ਗੱਲਬਾਤ ਹੀ ਛੇੜਨੀ ਹੈ। ਭਜਨ ਕਰੋ, ਭਾਣਾ ਮੰਨੋ। ਹੋਰ ਜਮਨਾ ਮਰਨਾ, ਮੁੰਡਾ ਕੁੜੀ, ਵਰ ਸਰਾਪ, ਦੁੱਖ ਸੁੱਖ ਨਿਰੰਕਾਰ ਦੇ ਹੱਥ ਹਨ। ਅਸਾਂ ਭਾਣਾ ਮੰਨਣਾ ਹੈ। ਹੋਰ ਦਰਸ਼ਨ ਮੇਲਾ ਕਰਨਾ ਹੋਵੇ ਤਾਂ ਸ਼ਾਮ ਦੇ 4 ਵਜੇ ਤੋਂ ਬਾਅਦ ਹੈ। ਅੱਗੇ ਜੋ ਵਾਹਿਗੁਰੂ ਨੂੰ ਭਾਵ। ਲੰਗਰ ਮਨੁੱਖ ਦੀਆਂ 3 ਮੁੱਢਲੀਆਂ ਲੋੜਾਂ ਗੁੱਲੀ, ਜੁੱਲੀ ਤੇ ਕੁੱਲੀ ਵਿੱਚੋਂ ਗੁੱਲੀ ਅਰਥਾਤ ਅੰਨ ਪਾਣੀ ਇੱਕ ਜ਼ਰੂਰੀ ਸਰੀਰਕ ਲੋੜ ਹੈ। ਇਹਨਾਂ ਲੋੜਾਂ ਦੀ ਪੂਰਤੀ ਸੰਬੰਧੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਇੱਕ ਤਰ੍ਹਾਂ ਦਾ ਵਾਰਤਾ ਪਹਿਲਾਂ ਹੀ ਬਾਬਾ ਜੀ ਨੂੰ ਮਿਲਿਆ ਹੋਇਆ ਸੀ, ਜਦ ਕਿ ਦਰਸ਼ਨ ਦੇ ਕੇ ਨਾਮ ਜਪਣ ਨੂੰ ਵਾਹਿਗੁਰੂ ਦੀ ਕਿਰਤ ਦੱਸਿਆ, ਤੇ ਜਿਸ ਦਾ ਕੁਝ ਜ਼ਿਕਰ ਪਹਿਲੇ ਭਾਗ ਦੇ ਪੰਨਾ 28 ਤੇ ਦਿੱਤੀ ਹੋਈ ਘਟਨਾ ਵਿੱਚ ਆਉਂਦਾ ਹੈ। ਆਪਣੇ ਭਗਤਾਂ ਨੂੰ ਆਹਾਰ ਪਹੁੰਚਾਉਣ ਲਈ ਨਿਰੰਕਾਰ ਕਿਸੇ ਨੂੰ ਪ੍ਰੇਰ ਦਿੰਦਾ ਹੈ। ਇਸ ਤਰ੍ਹਾਂ ਬਿਨਾਂ ਮੰਗੇ ਕਿਸੇ ਗ੍ਰਸਤੀ ਵੱਲੋਂ ਅਤੀਵੀ ਪ੍ਰੇਰਨਾ ਦੁਆਰਾ ਕਿਸੇ ਭਜਨੀਕ ਜਾਂ ਤਪਸਵੀ ਪਾਸ ਪ੍ਰਸ਼ਾਦ ਦੇ ਪੂਜਨ ਨੂੰ ਬਾਬਾ ਜੀ ਆਕਾਸੀ ਥਾਲ ਕਿਹਾ ਕਰਦੇ ਸਨ। ਵੈਸੇ ਨਿਰੰਕਾਰ ਦੀ ਪ੍ਰਦਾਨ ਕੀਤੀ ਸ਼ਕਤੀ ਦੁਆਰਾ ਬਾਬਾ ਜੀ ਨੇ ਕਈ ਐਸੇ ਸਮਿਆਂ ਜਾਂ ਸਥਾਨਾਂ ਤੇ ਭੋਜਨ ਜਾਂ ਆਹਾਰ ਦਾ ਪ੍ਰਬੰਧ ਕੀਤਾ ਕਿ ਪ੍ਰੇਮੀ ਚਕਿਤ ਹੋ ਜਾਂਦੇ ਰਹੇ ਹਨ। ਇਹ ਘਟਨਾਵਾਂ ਵੰਨਗੀ ਮਾਤਰ ਅੱਗੇ ਜਾ ਕੇ ਦਿੱਤੀਆਂ ਜਾਣਗੀਆਂ, ਪਰ ਸੰਗਤਾਂ ਲਈ ਬਾਕਾਇਦਾ ਤੌਰ ਤੇ ਲੰਗਰ ਦਾ ਪ੍ਰਬੰਧ ਕਰਨ ਦੇ ਹੱਕ ਵਿੱਚ ਬਾਬਾ ਜੀ ਨਹੀਂ ਸਨ। ਪਹਿਲਾਂ ਤਾਂ ਕਈ ਪ੍ਰਬੰਧ ਸੀ ਹੀ ਨਹੀਂ। ਜੇ ਕੋਈ ਬਾਹਰੋਂ ਆ ਜਾਂਦਾ ਤਾਂ ਪ੍ਰਸ਼ਾਦੇ ਲਈ ਉਸ ਨੂੰ ਭਾਈ ਰਤਨ ਸਿੰਘ ਹੋਰਾਂ ਦੇ ਘਰ ਭੇਜ ਦਿੰਦੇ। ਫੱਟੇ ਤੇ ਬਾਹਰ ਇਸ ਲਈ ਲਿਖਾ ਰੱਖਿਆ ਸੀ ਕਿ ਨਾ ਕੋਈ ਲੰਗਰ ਦੀ ਆਸ ਰੱਖੇ ਤੇ ਪ੍ਰਸ਼ਾਦਾ ਨਾ ਮਿਲਣ ਤੇ ਨਾ ਨਿਰਾਸ਼ ਹੋਵੇ, ਨਾ ਗਿਲਾ ਕਰੇ। ਬਾਬਾ ਜੀ ਦਾ ਠਾਠ ਬਿਹੰਗਮੀ ਸੀ, ਇਸ ਲਈ ਲੰਗਰ ਲਈ ਰਾਸ਼ਨ ਇਕੱਠਾ ਨਹੀਂ ਕੀਤਾ ਜਾਂਦਾ ਸੀ। ਖਰੀਦਣ ਦਾ ਤਾਂ ਸਵਾਲ ਹੀ ਨਹੀਂ ਸੀ, ਕਿਉਂਕਿ ਉਹ ਜਿਵੇਂ ਦੱਸਿਆ ਜਾਵੇਗਾ ਨਕਦ ਚੜਾਵਾ ਤਾਂ ਵਿਵਰਜਿਤ ਸੀ। ਨਾ ਹੀ ਲੰਗਰ ਠਾਠ ਵਿੱਚ ਤਿਆਰ ਕੀਤਾ ਜਾਂਦਾ
ਕੇਵਲ ਅਲੂਣੀ ਚਾਹ ਬਣਾਈ ਜਾਂਦੀ, ਤਾਂ ਕਿ ਰਾਗੀ ਤੇ ਸਤਸੰਗੀ ਨੀਂਦਰ ਤੋਂ ਬਚ ਕੇ ਸਿਮਰਨ ਵਿੱਚ ਲੀਨ ਰਹਿਣ। ਇਸ ਤੋਂ ਵੱਧ ਪ੍ਰਬੰਧ ਕਰਨਾ ਇੱਕ ਵਾਧੂ ਖਲਜਗਨ ਵਿੱਚ ਪੈਣਾ ਸੀ। ਇਸ ਲਈ ਤਿਆਰ ਕੀਤਾ ਹੋਇਆ ਲੰਗਰ ਬਾਹਰਲੇ ਪਿੰਡਾਂ ਦੀ ਸੇਵਾ ਅਭਿਲਾਸ਼ੀ ਹੀ ਆਪਣੇ ਆਪ ਲਿਆਇਆ ਕਰਦੇ ਸਨ। ਪਿੱਛੇ ਜਿਹੇ ਆਉਣ ਦੇ ਕਈ ਵੇਰੀ ਬੜੀ ਦੂਰੋਂ ਗੱਡੀ, ਲਾਰੀ, ਟਰੱਕ ਤੇ ਜਿਵੇਂ ਪ੍ਰਬੰਧ ਹੋ ਜਾਵੇ। ਲੰਗਰ ਦੀ ਸੇਵਾ ਵਾਸਤੇ ਜਦ ਕੋਈ ਪ੍ਰੇਮੀ ਬੇਨਤੀ ਕਰਦਾ ਤਾਂ ਬਾਬਾ ਜੀ ਇਵੇਂ ਹਦਾਇਤਾਂ ਕਰਦੇ, ਜਿਸ ਤਰ੍ਹਾਂ ਕਿ ਇਸ ਭਾਗ ਦੇ ਪੰਨੇ 11 ਤੇ ਅੱਗੇ ਕੁਝ ਜ਼ਿਕਰ ਹੋ ਚੁੱਕਿਆ ਹੈ। ਭਾਈ, ਲੰਗਰ ਧਰਮ ਦੀ ਕਮਾਈ ਦਾ ਹੋਵੇ। ਜਿੱਥੋਂ ਤੱਕ ਹੋ ਸਕੇ ਕਣਕ ਧੋ ਕੇ ਆਪ ਚੱਕੀ ਨਾਲ ਪੀਸੀ ਜਾਏ, ਚੌਂਕਾ ਲਿਪਿਆ ਪੋਚਿਆ ਹੋਵੇ। ਜਿੱਥੋਂ ਤੱਕ ਹੋ ਸਕੇ ਲਾਂਗਰੀ ਤਿਆਰ ਬਰ ਤਿਆਰ, ਅੰਮ੍ਰਿਤਧਾਰੀ ਤੇ ਨਿਤਨੇਮੀ ਹੋਵੇ। ਲਾਂਗਰੀ ਅਰਦਾਸ ਕਰਕੇ ਲੰਗਰ ਦੀ ਤਿਆਰੀ ਸ਼ੁਰੂ ਕਰੇ ਤੇ ਨਾਲ ਸਿਮਰਨ ਵੀ ਕਰਦਾ ਜਾਵੇ। ਪ੍ਰੇਮ ਨਾਲ ਸੇਵਾ ਕਰਨ ਵਾਲੇ ਤੇ ਲੰਗਰ ਲਿਆਉਣ ਵਾਲੇ ਐਸੇ ਹੁੰਦੇ ਸਨ ਕਿ ਕਦੇ ਥੁੜ ਨਹੀਂ ਸੀ ਰਹਿੰਦੀ। ਲੰਗਰ ਲਿਆਉਣ ਵਾਲਾ ਲੰਗਰ ਦੇ ਦਰਵਾਜ਼ੇ ਤੇ ਸਤਨਾਮ ਵਾਹਿਗੁਰੂ ਦਾ ਆਵਾਜ਼ਾਂ ਦਿੰਦਾ ਤੇ ਸੇਵਾਦਾਰ ਹਾਜ਼ਰ ਹੋ ਜਾਂਦਾ। ਉਹ ਅੰਦਰ ਜਾ ਕੇ ਬਾਬਾ ਜੀ ਪਾਸ ਬੇਨਤੀ ਕਰਦਾ ਕਿ ਫਲਾਣਾ ਸਿੰਘ ਤੇ ਫਲਾਣੇ ਪਿੰਡ ਦਾ ਲੰਗਰ ਲਿਆਇਆ ਹੈ, ਕੀ ਹੁਕਮ ਹੈ? ਲੰਗਰ ਹੁਕਮ ਅਨੁਸਾਰ ਪ੍ਰਵਾਨ ਹੁੰਦਾ ਸੀ। ਸਾਰਾ ਲੰਗਰ ਖਾਨੇ ਵਿੱਚ ਇਕੱਠਾ ਕਰਨ ਪਿੱਛੋਂ ਕਦੇ ਦਾਲ ਸਬਜ਼ੀਆਂ ਆਪਸ ਵਿੱਚ ਮਿਲਾ ਦਿੱਤੀਆਂ ਜਾਂਦੀਆਂ। ਇਸ ਤਰ੍ਹਾਂ ਕੜਾਹ ਪ੍ਰਸ਼ਾਦ ਤੇ ਖੀਰ ਵੀ ਮਿਲਾ ਦਿੱਤੇ ਜਾਂਦੇ। ਮੋਠ ਜਾਂ ਮੂੰਗੀ ਆਦਿ ਦੀ ਦਾਲ ਤੇ ਸਬਜ਼ੀ, ਆਲੂ, ਤੋਰੀ ਤੇ ਕੱਦੂ ਆਦਿ 7 ਗੁਣੀ ਵਸਤਾਂ ਪਸੰਦ ਹੁੰਦੀਆਂ। ਲੰਗਰ ਆਉਣ ਤੋਂ ਪਹਿਲਾਂ ਭੋਗ ਲਗਵਾਉਣਾ ਫਿਰ ਵਰਤਣ ਦਾ ਹੁਕਮ ਸੀ। 3 ਵੇਰ ਭੋਗ ਲਗਵਾਇਆ ਜਾਂਦਾ। 3 ਵੇਰ ਹੀ ਲੰਗਰ ਸੰਗਤ ਵਿੱਚ ਵੰਡਿਆ ਜਾਂਦਾ। ਪਹਿਲਾਂ ਹਾਜ਼ਰੀ ਵੇਲੇ ਲਗਭਗ 8 ਵਜੇ ਕੀਰਤਨ ਤੋਂ ਉਪਰੰਤ, ਫਿਰ ਦੁਪਹਿਰ ਤੇ ਰਾਤ ਦੇ 9 ਵਜੇ ਰਹਿਰਾਸ ਸਾਹਿਬ ਦੇ ਪਾਠ ਪਿੱਛੋਂ। ਕਈ ਵੇਰੀ ਬਾਬਾ ਜੀ ਲੰਗਰ ਵਿੱਚ ਆ ਕੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਹੱਥ ਤੇ ਲੈ ਕੇ ਛਕਿਆ ਕਰਦੇ। ਜੇ ਕੋਈ ਮਾਨ ਵਿੱਚ ਆ ਕੇ ਸੇਵਾ ਮੰਗਦਾ ਤਾਂ ਉਸ ਦਾ ਕੀ ਹਾਲ ਹੁੰਦਾ, ਇਸ ਘਟਨਾ ਤੋਂ ਪਤਾ ਲੱਗਦਾ ਹੈ। ਇੱਕ ਵਾਰੀ ਜਲੰਧਰ ਦੀ ਸੰਗਤ ਆਈ, ਜਿਸ ਵਿੱਚ ਕੁਝ ਮੁਖੀ ਸੱਜਣ ਸਨ। ਉਹਨਾਂ ਨੇ ਸਾਰੀ ਸੰਗਤ ਦੇ ਇੱਕ ਡੰਗ ਲੰਗਰ ਦੀ ਸੇਵਾ ਲਈ ਸਰਦਾਰ ਸਰਮੁਖ ਸਿੰਘ ਵਕੀਲ ਦੀ ਰਾਹੀਂ ਬੇਨਤੀ ਕੀਤੀ ਤਾਂ ਬਾਬਾ ਜੀ ਫਰਮਾਨ ਲੱਗੇ, ਜਲੰਧਰ ਦੀ ਸੰਗਤ ਇੱਕ ਡੰਗ ਦੀ ਬੇਨਤੀ ਕਰਦੀ ਹੈ। ਸਾਲ ਦੇ 365 ਦਿਨ ਹੁੰਦੇ ਨੇ, ਜਿਸ ਦੇ ਕੋਲੋਂ ਬਾਕੀ ਦਿਨ ਲੰਗਰ ਛਕਦੇ ਹਾਂ। ਉਸ ਦਾ ਛੱਡ ਕੇ ਜਲੰਧਰ ਵਾਲਿਆਂ ਦਾ ਕਿਵੇਂ ਕਬੂਲ ਕਰ ਲਈਏ? ਇਹ ਉੱਤਰ ਸੁਣ ਕੇ ਅਭਿਲਾਸ਼ੀ ਨੇ ਅੱਗਿਓਂ ਕਿਹਾ, ਇਹ ਤਾਂ ਸੱਚ ਹੈ, ਲੰਗਰ ਤਾਂ ਤੁਸੀਂ ਹੀ ਸਭਨਾਂ ਨੂੰ ਛਕਾਉਂਦੇ ਹੋ, ਕਿਰਪਾ ਕਰੋ, ਆਗਿਆ ਬਖਸ਼ੋ। ਚੰਗਾ ਭਾਈ, ਜਿਸ ਤਰ੍ਹਾਂ ਤੁਹਾਡੀ ਖੁਸ਼ੀ, ਕਹਿ ਕੇ ਬਾਬਾ ਜੀ ਚਲੇ ਗਏ। ਇਸ ਪਰ ਮਾਸਟਰ ਅਮਰ ਸਿੰਘ ਜੀ ਤੇ ਗਿਆਨੀ ਨਾਨੂ ਸਿੰਘ ਜੀ ਜਗਰਾਓਂ ਗਏ ਤੇ ਹਲਵਾਈ ਕੋਲੋਂ ਪ੍ਰਸ਼ਾਦਾ ਬਣਵਾ ਕੇ ਲਿਆਏ। ਬੇਨਤੀ ਕੀਤੀ ਗਈ। ਭੋਗ ਲਈ ਥਾਲ ਅੰਦਰ ਗਿਆ ਤੇ ਹੁਕਮ ਦਿੱਤਾ, ਜਾਓ ਲੰਗਰ ਜਲੰਧਰ ਵਾਲੀ ਸੰਗਤ ਨੂੰ ਛਕਾਓ। ਕਈਆਂ ਨੇ ਕਿਹਾ ਕਿ ਆਮ ਸੰਗਤ ਵਿੱਚ ਵਰਤਾਇਆ ਜਾਵੇ, ਪਰ ਸਰਦਾਰ ਸੰਪੂਰਨ ਸਿੰਘ ਹੋਰਾਂ ਨੇ ਸਲਾਹ ਦਿੱਤੀ ਕਿ ਹੁਕਮ ਇਸੇ ਤਰ੍ਹਾਂ ਹੀ ਹੈ ਜੋ ਪ੍ਰਸ਼ਾਦ ਵਰਤਾਇਆ ਗਿਆ। ਰੱਬ ਦਾ ਭਾਣਾ ਇਉਂ ਹੋਇਆ ਕਿ ਪ੍ਰਸ਼ਾਦ ਜਲੰਧਰ ਦੀ ਸੰਗਤ ਲਈ ਹੀ ਮਸਾਂ ਪੂਰਾ ਹੋਇਆ ਤੇ ਬਾਬਾ ਜੀ ਨੇ ਅੰਦਰੋਂ ਹੋਰ ਭੇਜਿਆ। ਪਰ ਕਈ ਅਵਸਰ ਐਸੇ ਆਉਂਦੇ ਰਹੇ ਜਦੋਂ ਕਿ ਉਹਨਾਂ ਦੀ ਇੱਕ ਨਜ਼ਰ ਹੀ ਥੋੜੇ ਜਿਹੇ ਆਏ ਲੰਗਰ ਵਿੱਚ ਐਨੀ ਬਰਕਤ ਪਾ ਦਿੰਦੀ ਕਿ ਥੁੜ ਨਹੀਂ ਸੀ ਆਉਂਦੀ। ਸਰਦਾਰ ਸੰਪੂਰਨ ਸਿੰਘ ਜੀ ਦੇ ਕਥਨ ਅਨੁਸਾਰ 1935 ਵਿੱਚ ਇੱਕ ਪੂਰਨਮਾਸ਼ੀ ਦੇ ਸੰਗਤ ਲਗਭਗ 10,000 ਦੀ ਹੋ ਗਈ ਤਾਂ ਬਾਬਾ ਜੀ ਨੇ ਮੈਨੂੰ ਫਰਮਾਇਆ, ਜਾ ਪਤਾ ਕਰ ਕਿ ਪ੍ਰਸ਼ਾਦਾ ਆਇਆ ਹੈ ਕਿ ਨਹੀਂ, ਤੇ ਜੇ ਆਇਆ ਹੈ ਤਾਂ ਕਿੰਨਾ ਕੁ ਹੈ। ਜਦ ਲੰਗਰ ਵਿੱਚ ਜਾ ਕੇ ਪਤਾ ਕੀਤਾ ਤਾਂ ਉਹ ਪ੍ਰਸ਼ਾਦਿਆਂ ਦੀਆਂ ਕੁੱਲ 2-3 ਟੋਕਰੀਆਂ ਹੀ ਸਨ ਤੇ ਦਿਲ ਵਿੱਚ ਖਿਆਲ ਆਇਆ
कि संगत ऐनी किस किस नूं प्रशादा देंगे। इन्ने चिर विच बाबा जी आप ही लंगर विच आप धारे ते पुछन लगे, वखा खां भला। जद टोकरियां तो कपड़ा लाया गया तां बाबा जी अपने हत्थ वाली सामी सोटी नाल टोकरियां विच 2-3 चेबा जहियां मार के कहन लगे, लै खा, ये मुकदा है, ऐना प्रशादा है। ये बचन करके वापस मुड़ गए। उपरंत असी उन्हां टोकरियां विचों ही प्रशादे कड्ढी ते वरताई जांदे रहे। बहुत तेरी संगत भुगत गई पर थुड़ ना आई। कई अवसरां ते प्रशादे किसे अगम्मी सोमे तो भी प्राप्त हुंदा रहा। भाई भगत सिंह पेंटर ने दस्सिया कि उन्हां दे पिता ने जद बाबा जी दे दर्शन कीते तां बाबा जी चूनिया दे जंगल विच ठहरे होए सन। उस दिन प्रशादे नूं बहुत देर हो गई। पहलां तां संगत नूं दिलासा देंदे रहे, फिर कहा पाठ करो। जद फिर भी वक्त काफ़ी गुजर गया ते प्रशादा ना आया तां कहा कि फलाने वल दे रुख दे टाहन उत्ते एक टोकरी पई होवेगी, बिना वेखन ते उस उत्ते कपड़ा पा के इधर लै आवो। ਇਹ ਸੁਣ ਕੇ ਇੱਕ ਸੰਗੀ ਗਿਆ, ਉਸ ਨੂੰ ਉੱਥੇ ਟੋਕਰੀ ਲੱਭੀ, ਜਿਸ ਨੂੰ ਉਹ ਕੱਪੜਾ ਪਾ ਕੇ ਲੈ ਆਇਆ। ਬਾਬਾ ਜੀ ਟੋਕਰੀ ਨੂੰ ਅੰਦਰ ਲੈ ਗਏ। ਉਹ ਤੋਂ ਕੱਪੜਾ ਚੁਕਾ ਕੇ 40-50 ਦੀ ਸੰਗਤ ਨੂੰ ਜੋ ਉੱਥੇ ਸੀ ਪ੍ਰਸ਼ਾਦਾ ਛਕਾਇਆ, ਜਿਸ ਵਿੱਚ ਸਬਜ਼ੀ ਤੋਂ ਛੁੱਟ ਕੜਾਹ ਤੇ ਖੀਰ ਵੀ ਸੀ। ਜਦ ਸੰਗਤ ਤ੍ਰਿਪਤ ਹੋ ਗਈ ਤਾਂ ਟੋਕਰੀ ਉੱਤੇ ਕੱਪੜਾ ਪਵਾ ਕੇ ਉਸੇ ਟਾਹਨ ਤੇ ਹੀ ਟੰਗਵਾ ਦਿੱਤਾ ਜਿਸ ਤੋਂ ਕਿ ਲਿਆਂਦੀ ਗਈ ਸੀ। ਸਰਦਾਰ ਸਰਮੁਖ ਸਿੰਘ ਜੀ ਐਡਵੋਕੇਟ ਦੇ ਕਥਨ ਅਨੁਸਾਰ ਜਹਾਨ ਖੇਲਾ ਹੁਸ਼ਿਆਰਪੁਰ ਦੀ ਗੱਲ ਹੈ ਕਿ ਇੱਕ ਦਿਨ ਬਾਹਰ ਇੱਕ ਪੁਰਾਣੇ ਖੂਹ ਤੇ ਚਲੇ ਗਏ। ਉੱਥੋਂ ਦੇ ਚਲੇ ਆਦ ਨੂੰ ਸਾਫ਼ ਕਰਾ ਕੇ ਇਸ਼ਨਾਨ ਕੀਤਾ ਤੇ ਫਿਰ ਕਹਿਣ ਲੱਗੇ ਕਿ ਭੁੱਖ ਲੱਗੀ ਹੈ। ਅਸੀਂ ਸਾਥੀ ਸੇਵਕ ਬੜੇ ਹੈਰਾਨ ਕਿ ਉੱਥੇ ਕੀ ਪ੍ਰਬੰਧ ਕੀਤਾ ਜਾਵੇ। ਸਾਨੂੰ ਪਰੇਸ਼ਾਨ ਵੇਖ ਕੇ ਹੱਸ ਪਏ ਤੇ ਫਰਮਾਇਆ, ਤੱਕੋ ਨਾ ਕਿਸੇ ਰੁੱਖ ਨਾਲ, ਕਿਸੇ ਦਾ ਪ੍ਰਸ਼ਾਦਾ ਆਇਆ ਹੋਵੇ ਤਾਂ ਉਸ ਨਾਲ ਹੀ ਜਲ ਪਾਣੀ ਛਕ ਲਈਏ। ਅਸਾਂ ਦਰਖਤਾਂ ਦੀ ਭਾਲ ਕੀਤੀ। ਦੂਰ ਜਾ ਕੇ ਇੱਕ ਰੁੱਖ ਨਾਲ ਮੈਲੇ ਜਿਹੇ ਪਰਨੇ ਵਿੱਚ ਕੁਝ ਪ੍ਰਸ਼ਾਦੇ ਬੱਝੇ ਹੋਏ ਸਨ। ਬਾਬਾ ਜੀ ਨੇ ਪਰਨਾ ਹੱਥ ਵਿੱਚ ਪਕੜਿਆ। ਉਸ ਨੂੰ ਕੀੜੀਆਂ ਚੜ੍ਹੀਆਂ ਹੋਈਆਂ ਸਨ। ਖੋਲ੍ਹਿਆ ਤਾਂ 3-4 ਪ੍ਰਸ਼ਾਦੇ ਸਨ। ਸਾਨੂੰ ਸਾਰਿਆਂ ਨੂੰ ਥੋੜਾ ਥੋੜਾ ਦੇ ਕੇ ਕਹਿਣ ਲੱਗੇ, ਹਾਲੀ ਜਲ ਪਾਣੀ ਪੀ ਲਓ, ਹੁਣੇ ਬਹੁਤ ਪ੍ਰਸ਼ਾਦਾ ਆ ਜਾਏਗਾ। ਇੰਨੇ ਚਿਰ ਵਿੱਚ ਭਾਈ ਸੁਲੱਖਣ ਸਿੰਘ ਮੱਖਣ ਵਾਲੀ ਲੱਸੀ ਤੇ ਪ੍ਰਸ਼ਾਦੇ ਲੈ ਕੇ ਪਿੰਡ ਵੱਲੋਂ ਦੀ ਆ ਗਿਆ। ਇਸ ਤਰ੍ਹਾਂ ਦੀ ਇੱਕ ਹੋਰ ਅਦਭੁਤ ਘਟਨਾ ਸਰਦਾਰ ਬਿਸ਼ਨ ਸਿੰਘ ਇੰਜੀਨੀਅਰ ਸ਼ਿਮਲਾ ਨੇ ਆਪਣੀ ਹੱਡਬੀਤੀ ਵਿੱਚ ਦੱਸੀ ਹੈ। ਇਹ ਕੁਫਰੀ ਦੇ ਚੈਲ ਦੇ ਵਿਚਕਾਰ ਦੇ ਜੰਗਲ ਵਿੱਚ ਵਾਪਰੀ। ਇਸਤਰੀਆਂ ਸੰਬੰਧੀ ਬਾਬਾ ਜੀ ਇਸਤਰੀ ਨੂੰ ਚੇਤਨ ਮਾਇਆ ਕਿਹਾ ਕਰਦੇ ਸਨ ਅਤੇ ਸ਼ੁਰੂ ਤੋਂ ਪ੍ਰਣ ਕਰ ਲਿਆ ਸੀ ਕਿ ਮਾਇਆ ਦੇ ਇਸ ਰੂਪ ਦੇ ਨੇੜੇ ਨਹੀਂ ਜਾਣਾ। ਇਉਂ ਮਾਲੂਮ ਹੁੰਦਾ ਹੈ ਕਿ ਸ੍ਰਿਸ਼ਟੀ ਦੀ ਲੀਲਾ ਵਿੱਚ ਮਾਇਆ ਦਾ ਮੁੱਖ ਮਨੋਰਥ ਹੀ ਹੈ ਮਨੁੱਖ ਨੂੰ ਪਰਮਾਤਮਾ ਤੋਂ ਪਰੇ ਰੱਖਣਾ। ਮਾਇਆ ਦੀ ਸ਼ਕਤੀ ਦੀ ਪ੍ਰਬਲਤਾ ਨੂੰ ਤਾਂ ਸਭ ਜਾਣਦੇ ਹਨ। ਮਾਇਆ ਦੇ 2 ਪ੍ਰਸਿੱਧ ਰੂਪ ਹਨ, ਕਾਮਨੀ ਤੇ ਕੰਚਨ। ਮਾਇਆ ਦੇ ਕਾਮਨੀ ਰੂਪ ਨੇ ਰਾਜਿਆਂ, ਮਹਾਰਾਜਿਆਂ, ਸ਼ਹਿਨਸ਼ਾਹਾਂ ਨੂੰ ਕਿਵੇਂ ਕਾਬੂ ਕੀਤਾ, ਇਸ ਦਾ ਤਾਂ ਕਹਿਣਾ ਹੀ ਕੀ ਹੈ। ਕਈ ਤਪਸਵੀਆਂ ਦੇ ਤਪ ਭੰਗ ਕੀਤੇ, ਜਤੀਆਂ ਨੂੰ ਜਤ ਤੋਂ, ਸਤੀਆਂ ਨੂੰ ਸੱਤ ਤੋਂ ਡੇਗਿਆ। ਪੱਛਮ, ਜੋ ਇਸਤਰੀ ਦਾ ਪੁਜਾਰੀ ਸਮਝਿਆ ਜਾਂਦਾ ਹੈ, ਦੇ ਇੱਕ ਮਹਾਕਵੀ ਨੇ ਤ੍ਰਿਆ ਚਿੱਤਰ ਦੇ ਟੂਕ ਕੀਤੀ ਹੈ। ਇਹ ਗੱਲਾਂ ਜਾਣਦੇ ਹੋਏ ਜੇ ਬਾਬਾ ਜੀ ਨੇ ਇਸਤਰੀਆਂ ਸੰਬੰਧੀ ਜਿਸ ਕੜਾਈ ਤੋਂ ਕੰਮ ਲਿਆ ਹੈ, ਉਹ ਅਨੁਚਿਤ ਨਹੀਂ ਕਹੀ ਜਾ ਸਕਦੀ। ਇਸ ਪਾਬੰਦੀ ਲਾਉਣ ਦੇ ਕਈ ਕਾਰਨ ਸਨ। ਇਹ ਨਹੀਂ ਸੀ ਕਿ ਉਹ ਇਸਤਰੀਆਂ ਕੋਲੋਂ ਘਿਰਣਾ ਕਰਦੇ ਸਨ, ਕਿਉਂਕਿ ਗੁਰਵਾਕ ਹੈ, ਸੋ ਕਿਉਂ ਮੰਦਾ ਆਖੀਏ ਜਿਤ ਜਮੇ ਰਾਜਾਨ। ਬਾਬਾ ਜੀ ਨੂੰ ਆਪਣਾ ਖਿਆਲ ਨਹੀਂ ਸੀ, ਜਿੰਨਾ ਕਿ ਬਿਹੰਗਮਾਂ ਤੇ ਮਾੜਾ ਅਸਰ ਹੋਣ ਦਾ ਡਰ, ਕਿਉਂਕਿ ਉਹ ਸਾਰੇ ਅਣਵਿਆਹੇ ਤੇ ਉਹਨਾਂ ਵਿੱਚੋਂ ਬਸੂਤੇ ਜਵਾਨ ਹੁੰਦੇ ਸਨ। ਸਿੱਖ ਧਰਮ ਅਨੁਸਾਰ ਜਤ ਪਹਾਰਾ ਹੈ,
ਜਿਸ ਵਿੱਚ ਸ਼ਬਦ ਦੀ ਸੱਚੀ ਟਕਸਾਲ ਵਿੱਚ ਕਢਾਈ ਹੋਈ ਹੈ। ਜਿਵੇਂ ਕਿ ਪਹਿਲੇ ਭਾਗ ਵਿੱਚ ਦੱਸਿਆ ਗਿਆ ਹੈ ਕਿ ਬਾਬਾ ਜੀ ਬਾਲ ਬ੍ਰਹਮਚਾਰੀ ਸਨ। ਬ੍ਰਹਮਚਰਜ ਦੇ ਕਾਇਮ ਰਹਿਣ ਦੀ ਆਵਸ਼ਕਤਾ ਤੇ ਸਾਡੀ ਪੁਰਾਤਨ ਸੰਸਕ੍ਰਿਤੀ ਤਾਂ ਸਦਾ ਜ਼ੋਰ ਦਿੰਦੀ ਰਹੀ ਹੈ, ਪਰ ਕਈ ਪੱਛਮੀ ਤੇ ਅਜੋਕੇ ਮਹਾਂਪੁਰਖਾਂ ਨੇ ਵੀ ਇਸ ਦੀ ਗੌਰਵਤਾ ਨੂੰ ਅਨੁਭਵ ਕੀਤਾ ਹੈ। ਠਾਠ ਵਿੱਚ ਵੀ ਕੇਵਲ ਸਾਧੂ ਜਾਂ ਭਲੇ ਲੋਕ ਹੀ ਨਹੀਂ ਸਨ ਆਉਂਦੇ, ਹਰ ਪ੍ਰਕਾਰ ਦੇ ਲੋਕ ਆ ਸਕਦੇ ਸਨ। ਜੇ ਕੋਈ ਚੋਰ, ਡਾਕੂ ਜਾਂ ਬਦਮਾਸ਼ ਵੀ ਆ ਜਾਂਦਾ ਤਾਂ ਉਸ 'ਤੇ ਪਾਬੰਦੀ ਨਹੀਂ ਸੀ ਲੱਗ ਸਕਦੀ। ਜੇ ਪਾਬੰਦੀ ਲਾਉਂਦੇ ਤਾਂ ਉਹਨਾਂ ਨੂੰ ਸੁਧਾਰਨ ਦਾ ਕਿਵੇਂ ਮੌਕਾ ਮਿਲਦਾ। ਇਸ ਲਈ ਇਹ ਵੀ ਹਦਾਇਤ ਸੀ ਕਿ ਜੇ ਕੋਈ ਮਾਈ ਆਵੇ ਤਾਂ ਦਿਨ ਛੁਪਣ ਤੋਂ ਪਹਿਲਾਂ ਹੀ ਘਰ ਵਾਪਸ ਚਲੀ ਜਾਵੇ। ਪਰ ਕਈਆਂ ਦੀ ਸ਼ਰਧਾ, ਪ੍ਰੇਮ ਭਾਵਨਾ ਤੇ ਅਭਿਲਾਸ਼ਾ ਨੂੰ ਮੁੱਖ ਰੱਖਦਿਆਂ ਤੇ ਉਹਨਾਂ ਦੇ ਅਤਰੀਵ ਰੁਚੀ ਨੂੰ ਵਖ ਕੇ ਕੁਟੀਆਂ ਵਿੱਚੋਂ ਬਾਹਰ ਆਣ ਕੇ ਬਾਬਾ ਜੀ ਆਪ ਹੀ ਦਰਸ਼ਨ ਦੇ ਦਿੰਦੇ ਸਨ। ਕਿਸੇ ਖਾਸ ਸ਼ਰਧਾਲਨ ਨੂੰ ਮੱਥਾ ਟੇਕਣ ਦੀ ਆਗਿਆ ਵੀ ਮਿਲ ਜਾਂਦੀ, ਪਰ ਆਮ ਨੂੰ ਤਾਂ ਨੇੜੇ ਹੀ ਨਹੀਂ ਸਨ ਟੁਕਣ ਦਿੰਦੇ। ਵੈਸੇ ਇਹ ਵੇਖਿਆ ਗਿਆ ਹੈ ਕਿ ਜਿੱਥੇ ਕਿਤੇ ਤੀਵੀਆਂ ਨੂੰ ਬਹੁਤ ਖੁੱਲ੍ਹ ਮਿਲ ਜਾਏ, ਉੱਥੇ ਇਕੱਤਰਤਾ ਮੇਲੇ ਦਾ ਰੂਪ ਧਾਰ ਲੈਂਦੀ ਹੈ ਤੇ ਮਰਿਆਦਾ ਵਿੱਚ ਵਿਘਨ ਪੈਂਦਾ ਹੈ। ਪਾਠਕਾਂ ਦੀ ਵਾਕਫੀ ਤੇ ਦਿਲਚਸਪੀ ਲਈ ਇਸਤਰੀਆਂ ਸੰਬੰਧੀ ਕੁਝ ਘਟਨਾਵਾਂ ਇੱਥੇ ਅੰਕਿਤ ਕੀਤੀਆਂ ਜਾਂਦੀਆਂ ਹਨ। ਬਿਰਧ ਸੰਤ ਉੱਤਮ ਸਿੰਘ ਸਪੁੱਤਰ ਭਾਈ ਲਾਲ ਸਿੰਘ ਜੀ ਗ੍ਰੰਥੀ ਲਾਇਲਪੁਰ ਵਾਲੇ ਨੇ ਦੱਸਿਆ ਕਿ ਸ਼ੁਰੂ ਵਿੱਚ ਜਦ ਬਾਬਾ ਜੀ ਲਾਇਲਪੁਰ ਦੇ ਪਾਸੇ ਵਿਚਰ ਰਹੇ ਸਨ ਤਾਂ ਇੱਕ ਦਿਨ ਭਾਈ ਲਾਲ ਸਿੰਘ ਦੀ ਬਹੁਤ ਪ੍ਰੇਰਨਾ ਕਰਨ ਤੇ ਗੁਰਦੁਆਰੇ ਸੰਗਤ ਨੂੰ ਦਰਸ਼ਨ ਦੇਣ ਲਈ ਚਲੇ ਤਾਂ ਗਏ, ਪਰ ਜਾਂਦਿਆਂ ਹੀ ਮਾਈਆਂ ਵੱਲੋਂ ਪਿੱਠ ਕਰਕੇ ਬੈਠੇ। ਉਸ ਅਵਸਥਾ ਵਿੱਚ ਵੀ ਮਾਈਆਂ ਸੰਬੰਧੀ ਜੋ ਮਨ ਦੇ ਵਿਚਾਰ ਸਨ, ਉਹ ਫਰੀਦ ਜੀ ਦੇ ਸ਼ਲੋਕ ਤੋਂ ਸਪਸ਼ਟ ਹੁੰਦੇ ਸਨ, ਜੋ ਬੈਠਣ ਸਮੇਂ ਬਾਬਾ ਜੀ ਨੇ ਉਚਾਰਨ ਕੀਤਾ, ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ। ਇੱਕ ਵਾਰੀ ਜਦ ਕਿ ਬਾਬਾ ਜੀ ਬਾਗਾ ਨਗਰ ਵਿੱਚ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਤੇ ਹੋਤੀ ਮਰਦਾਨ ਤੋਂ 13-14 ਵਿਅਕਤੀ ਦਰਸ਼ਨ ਕਰਨ ਲਈ ਆਏ। ਉਹਨਾਂ ਵਿੱਚ ਕੁਝ ਬੀਬੀਆਂ ਵੀ ਸਨ। ਉਹਨਾਂ ਨੂੰ ਪਹਿਰੇਦਾਰ ਨੇ ਅੰਦਰ ਨਾ ਜਾਣ ਦਿੱਤਾ। ਵਿੱਚੋਂ ਇੱਕ ਪੜ੍ਹੀ ਲਿਖੀ ਹੋਣ ਕਰਕੇ ਕੁਝ ਬੜਬੋਲੀ ਵੀ ਸੀ। ਉਸਨੇ ਉੱਚੀ ਗੱਲਾਂ ਕਰਕੇ ਰੌਲਾ ਜਿਹਾ ਪਾਉਣਾ ਸ਼ੁਰੂ ਕਰ ਦਿੱਤਾ। ਬਾਬਾ ਜੀ ਨੇ ਪਹਿਰੇਦਾਰ ਨੂੰ ਅੰਦਰ ਬੁਲਾ ਕੇ ਪੁੱਛਿਆ, ਸੱਚ ਦੱਸ ਮਾਈਆਂ ਕੀ ਕਹਿੰਦੀਆਂ ਸਨ? ਜੀ ਕਹਿੰਦੀਆਂ ਤਾਂ ਇਹ ਸਨ ਕਿ ਸੰਤ ਸਾਡੇ ਵਿੱਚੋਂ ਹੀ ਜੰਮੇ ਹਨ ਤੇ ਹੁਣ ਲੁਕ ਕੇ ਬੈਠੇ ਹਨ। ਉਸ ਬੀਬੀ ਨੇ ਬਾਣੀ ਦੇ ਆਧਾਰ ਤੇ ਇੱਕ ਚਿੱਠੀ ਲਿਖ ਕੇ ਅੰਦਰ ਘੱਲ ਦਿੱਤੀ, ਜਿਸ ਵਿੱਚ ਲਿਖਿਆ, ਮੈਂ ਦੂਰੋਂ ਆਈ ਹਾਂ ਚੱਲ ਕੇ, ਹੋਂ ਆਇਆ ਦੂਰੋਂ ਚੱਲ ਕੇ, ਸੂਹੀ ਮਹੱਲਾ 5ਵਾਂ। ਬਾਬਾ ਜੀ ਨੇ ਜ਼ੁਬਾਨੀ ਉੱਤਰ ਭੇਜਿਆ, ਅਸੀਂ ਪ੍ਰਣ ਕੀਤਾ ਹੋਇਆ ਹੈ ਕਿ ਬੀਬੀਆਂ ਨੂੰ ਇਸ ਤਰ੍ਹਾਂ ਮੱਥੇ ਨਹੀਂ ਲਾਉਣਾ, ਪ੍ਰਣ ਭੰਗ ਨਾ ਕਰਨ। ਉਸਨੇ ਫਿਰ ਇੱਕ ਚਿੱਠੀ ਲਿਖੀ, ਜਿਸ ਵਿੱਚ ਭੰਡ ਜੰਮੀਏ ਭੰਡ ਨਿਮੀਏ ਆਸਾ ਦੀ ਵਾਰ ਵਾਲੇ ਸ਼ਲੋਕ ਦਾ ਹਵਾਲਾ ਦੇ ਕੇ ਲਿਖਿਆ, ਤੁਸੀਂ ਅਸਮਾਨ ਤੋਂ ਤਾਂ ਨਹੀਂ ਉਤਰੇ, ਨਾ ਜ਼ਮੀਨ ਤੋਂ ਉੱਗਿਓ। ਜੇ ਮਾਤਾ ਦੇ ਉਦਰ ਵਿੱਚੋਂ ਪੈਦਾ ਹੋਏ ਹੋ ਤੇ ਮਾਤਾ ਦਾ ਦੁੱਧ ਪੀਤਾ ਹੈ ਤੇ ਉਹਨਾਂ ਨੂੰ ਨਿੰਦਦੇ ਹੋ ਤਾਂ ਫੇਰ ਸਾਧੂ ਕਾਹਦੇ ਹੋਏ। ਚਿੱਠੀ ਦੇ ਉੱਤਰ ਵਿੱਚ ਬਾਬਾ ਜੀ ਨੇ ਜ਼ੁਬਾਨੀ ਸੁਨੇਹਾ ਭੇਜਿਆ ਕਿ 9 ਮਹੀਨੇ ਪੁੱਠੇ ਲਟਕ ਕੇ ਅੱਗੇ ਹੀ ਬੜਾ ਦੁੱਖ ਭੋਗਿਆ ਹੈ। ਚਿੱਠੀ ਮਿਲਣ ਤੇ ਚੁੱਪ ਕਰ ਗਏ। ਫਿਰ ਸੋਚ ਕੇ ਸੇਵਾਦਾਰ ਨੂੰ ਕਿਹਾ ਕਿ ਬੀਬੀ ਨੂੰ ਅੰਦਰ ਸੱਦ ਲੈ। ਅੰਦਰ ਆਉਣ ਤੇ ਬੀਬੀ ਨੇ ਮੱਥਾ ਟੇਕ ਕੇ ਬੇਨਤੀ ਕੀਤੀ, ਮਹਾਰਾਜ, ਮਹਾਤਮਾ ਲੋਕ ਹੋ ਕੇ ਇਹੋ ਜਿਹੇ ਪ੍ਰਣ ਨਾ ਕੀਤਾ ਕਰੋ। ਗੁਰੂ ਸਾਹਿਬ ਨੇ ਇਸਤਰੀ ਮਰਦ ਦਾ ਇੱਕੋ ਜਿਹਾ ਹੱਕ ਬਣਾਇਆ ਹੈ, ਪਰ ਤੁਸੀਂ ਵਿਤਕਰਾ ਕਰਦੇ ਹੋ। ਬੀਬੀਆਂ ਦੇ ਮੱਥੇ ਲੱਗਿਆ ਮਨ ਚੰਚਲ ਹੁੰਦਾ ਹੈ, ਬਾਬਾ ਜੀ ਨੇ ਫਰਮਾਇਆ। ਓਹੋ, ਤਾਂ ਫੇਰ ਅਜੇ ਮਨ ਤਾਂ ਸਾਧਿਆ ਨਹੀਂ। ਅਸੀਂ ਜਨਮ ਮਰਨ ਤੋਂ ਡਰਦੇ ਹਾਂ, ਬਾਬਾ ਜੀ ਨੇ ਅੱਗਿਓਂ ਬਚਨ ਕੀਤਾ। ਇਸ ਉਪਰੰਤ ਹੁਕਮ ਦਿੱਤਾ ਕਿ ਗੱਡੀ ਤੋਂ ਉਤਰਨ ਜਾਂ ਚੜ੍ਹਨ ਵੇਲੇ ਮਾਈਆਂ ਨੂੰ ਦਰਸ਼ਨ ਕਰਨ ਦੀ ਖੁੱਲ੍ਹ ਹੈ, ਪਰ ਕੁਟੀਆ ਵਿੱਚ ਆਉਣ ਦੀ ਨਹੀਂ। ਭਾਈ ਸੁੱਖਾ ਸਿੰਘ ਮਘਿਆਣੇ ਵਾਲੇ ਦੇ ਕਥਨ ਅਨੁਸਾਰ ਜਦ ਬਾਬਾ ਜੀ ਮੂਲੇ ਬਖਸ਼ੀ ਦੇ ਬਾਗ ਝੰਗ ਮਘਿਆਣਾ ਵਿੱਚ ਠਹਿਰੇ ਹੋਏ ਸਨ ਤਾਂ ਆਪਣੇ ਘਰ ਉਹਨਾਂ ਦੀ ਉਪਮਾ ਕੀਤੀ
ਤੇ ਮੇਰੇ ਕਹਿਣ ਦੇ ਬਾਵਜੂਦ ਕਿ ਉਹ ਇਸਤਰੀਆਂ ਨੂੰ ਦਰਸ਼ਨ ਨਹੀਂ ਦਿੰਦੇ, 3 ਜਣੀਆਂ ਮੇਰੇ ਪਿੱਛੇ ਪਿੱਛੇ ਟੁਰ ਪਈਆਂ। ਉਹਨਾਂ ਦੇ ਜਿੱਦ ਕਰਨ ਤੇ ਮੈਂ ਉਹਨਾਂ ਨੂੰ ਇਹ ਜੁਗਤੀ ਦੱਸੀ ਕਿ ਪਹਿਲੀ ਪੌੜੀ ਦਾ ਪਾਠ ਕਰੀ ਜਾਓ ਤੇ ਨਾਲੇ ਦਰਸ਼ਨਾਂ ਲਈ ਬੇਨਤੀ ਕਰੀ ਜਾਓ। ਅੱਗੇ ਅੱਗੇ ਮੈਂ ਤੇ ਪਿੱਛੇ ਪਿੱਛੇ ਉਹ 1.5 ਮੀਲ ਤੁਰੀ ਗਏ। ਕੁਟੀਆਂ ਦੇ ਨੇੜੇ ਜਾ ਕੇ ਮੈਂ ਉਹਨਾਂ ਨੂੰ ਕਾ ਕੇ ਬੂਟਿਆਂ ਦੇ ਪਿੱਛੇ ਬਿਠਾ ਦਿੱਤਾ ਤੇ ਆਪ ਅਗਾਂਹ ਚਲਾ ਗਿਆ। ਬਾਬਾ ਜੀ ਸਮਾਧੀ ਸਥਿਤ ਸਨ। ਵਜ਼ੀਰ ਚੰਦ ਤੇ ਕਾਸ਼ੀ ਰਾਮ ਦੇ ਜਣੇ ਨੇੜੇ ਸੇਵਾ ਵਿੱਚ ਖਲੋਤੇ ਹੋਏ ਸਨ। ਮੇਰੇ ਜਾਣ ਤੇ ਬਾਬਾ ਜੀ ਨੇ ਸਮਾਧੀ ਖੋਲੀ ਤੇ ਸੇਵਾਦਾਰਾਂ ਨੂੰ ਇਉਂ ਕਿਹਾ, ਮੂਸਾ ਡਰਦਾ ਮੌਤ ਤੋਂ ਅੱਗੇ ਮੌਤ ਖੜੀ। ਉਹ ਮਹਾਰਾਜ, ਕੀ ਗੱਲ ਹੈ? ਬਾਬਾ ਜੀ, ਅਸੀਂ ਦੂਰ ਆ ਕੇ ਬੈਠਦੇ ਹਾਂ ਪਰ ਇਹ ਇੱਥੇ ਵੀ ਨਹੀਂ ਛੱਡਦੀਆਂ। ਸੁੱਖਾ ਸਿੰਘ 200 ਗਜ ਤੋਂ ਉਹਨਾਂ ਨੂੰ ਲੁਕਾ ਕੇ ਬਿਠਾਇਆ ਹੈ। ਇਹ ਬਚਨ ਸੁਣ ਕੇ ਇੱਕ ਸੇਵਾਦਾਰ ਡੰਗੋਰੀ ਲੈ ਕੇ ਭੱਜਾ, ਪਰ ਬਾਬਾ ਜੀ ਝੱਟ ਮੇਹਰ ਦੇ ਘਰ ਵਿੱਚ ਆ ਗਏ ਤੇ ਫਰਮਾਇਆ, ਉਹ ਜਾਣੇ ਕੁਝ ਨਾ ਆਖ। ਇਹ ਮਾਈਆਂ ਵਿੱਚੋਂ ਰਾਮਚੰਦਰ ਜੀ, ਕ੍ਰਿਸ਼ਨ ਜੀ, ਗੁਰੂ ਨਾਨਕ ਦੇਵ ਜੀ ਜਨਮੇ। ਅੱਛਾ ਭਾਈ, ਇਹਨਾਂ ਨੂੰ ਸੱਦ ਲਵੋ। ਮਾਈਆਂ ਦੇ ਆਉਣ ਦੇ 10-15 ਕਰਮ ਪਿਛਾਂ ਹੀ ਉਹਨਾਂ ਨੂੰ ਠਹਿਰਾਇਆ ਗਿਆ ਤੇ ਬਾਬਾ ਜੀ ਨੇ ਫਰਮਾਇਆ, ਅੱਛਾ ਭਈ, ਸ਼ਾਬਾਸ਼ੇ, ਪਰ ਤੁਹਾਡੇ ਲਈ ਤਾਂ ਪਤੀ ਦੀ ਸੇਵਾ ਹੀ ਕਾਫੀ ਹੈ, ਇੱਥੇ ਆਉਣ ਦੀ ਲੋੜ ਨਹੀਂ। ਉਹਨਾਂ ਵਿੱਚੋਂ ਇੱਕ ਕੋਲ ਸ਼ੇਰ ਕੁ ਗੇਕਾ ਦੁੱਧ ਸੀ। ਬਾਬਾ ਜੀ ਨੇ ਆਪਣੇ ਹੱਥ ਨਾਲ ਪਾ ਕੁ ਦੁੱਧ ਰੱਖ ਲਿਆ ਤੇ ਬਾਕੀ ਮੋੜ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।